ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਭਰਪੂਰ ਸਵਾਗਤ ਹੈ। ਜਿਸ ਤਰ੍ਹਾਂ ਕਿ ਅੱਜ ਦਾ ਦੂਸਰਾ ਅਹਿਮ ਇਸ਼ੂ ਸੀ ਉਹ ਇਹ ਸੀ ਕਿ ਪ੍ਰਧਾਨ ਟਰੰਪ ਨਾਲ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਇਮਾਨਦਾਰ ਨਾਲ ਗੱਲਬਾਤ। ਸੋ ਇਸ ਉੱਪਰ ਆਪ ਸਾਹਮਣੇ ਬਹੁਤ ਹੀ ਵਧੀਆ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ। ਸੋ ਇਸੇ ਸੈਗਮੈਂਟ ਵਿੱਚ ਅਸੀਂ ਤੁਹਾਡੇ ਮੈਸੇਜ ਵੀ ਸ਼ੇਅਰ ਕਰਾਂਗੇ। ਜੋ ਅੱਜ ਦਾ ਥਰਡ ਵਾਲਾ ਇਸ਼ੂ ਹੈ ਉਸ ਨੂੰ ਵੀ ਸ਼ੇਅਰ ਕੀਤਾ ਜਾਏਗਾ, ਜੋ ਅੱਜ ਦਾ ਵਿਚਾਰ ਹੈ ਉਸ ਨੂੰ ਵੀ ਸ਼ੇਅਰ ਕੀਤਾ ਜਾਏਗਾ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो जो कुछ ह्यूस्टन ਜਾਂ ਹੁਣ ਨਿਊਯਾਰਕ ਉਸ ਥੀਏਟਰਿਕਸ ਦਾ ਅਗਲਾ ਪੜਾਅ ਬਣ ਗਏ, ਅਸੀਂ ਦੇਖ ਰਹੇ ਹਾਂ ਉਸ 'ਚ ਇਹ ਨਜ਼ਰ ਆ ਰਿਹਾ ਹੈ ਕਿ ਜੇ ਅਮਰੀਕਾ ਨੇ ਜਾਂ ਇੰਟਰਨੈਸ਼ਨਲ ਕਮਿਊਨਿਟੀ ਨੇ ਇਫੈਕਟਿਵਲੀ ਨਾ ਰੋਕਿਆ ਇੰਡੀਆ ਨੂੰ ਜੀ, ਤੇ ਜਿਹੜਾ ਨੈਰੇਟਿਵ ਇਹਨਾਂ ਦਾ ਡਿਫੈਂਸ ਮਿਨਿਸਟਰ, ਇਹਨਾਂ ਦਾ ਫੋਰਨ ਮਿਨਿਸਟਰ ਔਰ ਈਵਨ ਇਹਨਾਂ ਦਾ ਫੌਜੀ ਚੀਫ ਬਿਲਟ ਕਰ ਰਿਹਾ ਹੈ ਕਿ ਜੀ ਅਸੀਂ ਆਜ਼ਾਦ ਕਸ਼ਮੀਰ, ਜਿਹਨੂੰ ਇਹ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਹਿੰਦੇ ਨੇ, ਇਹਨੂੰ ਵੀ ਅਸੀਂ ਲੈਣਾ, ਫਿਰ ਮੈਨੂੰ ਲੱਗਦਾ ਹੈ ਵੀ ਇਹ ਭੂਤਰੇ ਹੋਏ ਜਿਹੜੇ ਨੇ ਉਸ ਪਾਸੇ ਦਾ ਕੁਛ ਨਾ ਕੁਛ ਜਿਹੜਾ ਇਹ ਅਗਰੈਸਿਵ ਰੁਖ ਕਰ ਸਕਦੇ ਨੇ। ਉਸ ਦਾ ਅੰਜਾਮ ਕੀ ਹੋਏਗਾ ਇਹ ਬਾਅਦ ਦੀ ਗੱਲ ਹੈ, ਪਰ ਕਈ ਵਾਰ ਤੁਸੀਂ ਦੇਖ ਰਹੇ ਹੁੰਦੇ ਹੋ ਕਿ ਵੀ ਇਹ ਕਿਵੇਂ ਉੱਥੇ ਉਹ ਹਾਲਾਤ ਪੈਦਾ ਕਰ ਰਹੇ ਨੇ ਜਿਸ ਦੀ ਜਸਟੀਫਿਕੇਸ਼ਨ ਕਰਨੀ। ਤਾਂ ਅਸੀਂ ਕਸ਼ਮੀਰ ਦੇ ਹਵਾਲੇ ਨਾਲ ਦੇਖ ਰਹੇ ਹਾਂ ਕਿ 80 ਲੱਖ ਲੋਕ ਉੱਥੇ 50 ਦਿਨਾਂ ਤੋਂ ਕੈਦ ਦੇ ਵਿੱਚ ਪਾਏ ਹੋਏ ਨੇ, ਲੇਕਿਨ ਜਿਹੜੀ ਉਹਨਾਂ ਦੀ ਕੋਈ ਵੀ ਹਿਲਜੁਲ ਤੋਂ ਪਹਿਲਾਂ ਹੀ ਇਹ ਕਹਿ ਰਹੇ ਨੇ ਕਿ ਜੀ ਪਾਕਿਸਤਾਨ ਉੱਥੇ ਜਿਹੜਾ ਹੈ ਉਹ ਗੜਬੜ ਕਰਨ ਦੀ ਕੋਸ਼ਿਸ਼ ਕਰ ਰਿਹਾ। ਦੋ ਖਬਰਾਂ ਜਿਹੜੀਆਂ ਪਿਛਲੇ 24 ਘੰਟੇ 'ਚ ਇੱਕ ਪਾਸੇ ਇਹ ਹਿਊਸਟਨ ਦੀ ਨੌਟੰਕੀ ਚੱਲ ਰਹੀ ਸੀ ਉਹਦੇ 'ਚ ਸਾਹਮਣੇ ਆਈਆਂ। ਪਹਿਲੀ ਇਹ ਹੈ ਕਿ ਪੰਜਾਬ ਪੁਲਿਸ ਦਾ ਦਾਅਵਾ ਅੱਤਵਾਦੀ ਸਾਜ਼ਿਸ਼ ਦਾ ਪਰਦਾਫਾਸ਼, AK-47 ਰਾਈਫਲਾਂ ਤੇ ਹੈਡ ਗ੍ਰਨੇਡ ਬਰਾਮਦ। ਹੁਣ ਇਸ ਖਬਰ ਨੂੰ ਜੇ ਤੁਸੀਂ ਦੇਖਦੇ ਹੋ ਔਰ ਫਿਰ ਉਹਦੇ ਨਾਲ ਰਿਲੇਟਡ ਜਿਹੜੀਆਂ ਦੋ ਖਬਰਾਂ ਨੇ, ਔਰ ਇਸ ਖਬਰ ਦੇ ਮੁਤਾਬਕ ਕਿ ਵੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਕੇਸ ਨੂੰ NIA ਨੂੰ, ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਨੂੰ ਕਿਹਾ ਜਾਂਚ ਕਰੋ, ਔਰ ਇਹ ਜਿਹੜੇ ਉਹਨਾਂ ਨੇ ਕਿਹਾ ਜੀ ਅਸੀਂ ਫੜ ਲਏ ਨੇ ਬੰਦੇ, 5 AK-47 ਰਾਈਫਲ, 30 ਬੋਰ ਦੇ ਪਿਸਤੌਲ, 9 ਹੈਂਡ ਗ੍ਰਨੇਡ, 5 ਸੈਟੇਲਾਈਟ ਫੋਨ, 2 ਮੋਬਾਈਲ ਫੋਨ, 2 ਵਾਇਰਲੈਸ ਸੈਟ ਤੇ 10 ਲੱਖ ਰੁਪਏ ਦੀ ਨਕਦੀ ਜਿਹੜੀ ਹੈ ਉਹਨਾਂ ਨੇ ਜਿਹੜੇ ਬੰਦੇ 4-5 ਫੜੇ ਨੇ ਉਹਨਾਂ ਤੋਂ ਬਰਾਮਦ ਕੀਤੀ ਹੈ। ਪਰ ਜਿਹੜੀ ਇਹਦੇ 'ਚ ਦਿਲਚਸਪ ਗੱਲ ਹੈ, ਅੱਗੇ ਤਾਂ ਇਹ ਕਹਿੰਦੇ ਨੇ ਹਥਿਆਰ ਪਾਕਿਸਤਾਨ ਤੋਂ ਆ ਰਹੇ ਸੀ, ਪਰ ਐਤਕੀ ਇੱਕ ਨਵਾਂ ਫੈਕਟਰ ਉਹਦੇ 'ਚ ਉਹਨਾਂ ਨੇ ਐਡ ਕੀਤਾ ਹੈ, ਔਰ ਇਹ ਕੋਈ ਐਰਾ ਗੈਰਾ ਨਹੀਂ ਕਹਿ ਰਿਹਾ, ਉਹਨਾਂ ਦਾ ਡਾਇਰੈਕਟਰ ਜਨਰਲ ਪੁਲਿਸ ਕਹਿ ਰਿਹਾ ਦਿਨਕਰ ਗੁਪਤਾ, ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹਨਾਂ ਹਥਿਆਰਾਂ ਨੂੰ ਹਾਲ ਹੀ ਵਿੱਚ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਜ਼ਰੀਏ ਭਾਰਤ ਪਾਕਿਸਤਾਨ ਸਰਹੱਦ ਤੇ ਲਿਆਂਦਾ ਗਿਆ। ਅੱਗੇ ਤਾਂ ਬੰਦੇ ਕ੍ਰਾਸ ਕਰਦੇ ਸੀ ਨਾ, ਫਿਰ ਅਗਲੇ ਕਹਿੰਦੇ ਸੀ ਤੁਸੀਂ ਤਾਰ ਲਾਈ ਹੋਈ ਹੈ, ਉਹਦੇ 'ਚ ਕਰੰਟ ਛੱਡਿਆ ਹੋਇਆ, ਕੋਈ ਪਰਿੰਦਾ ਕੋਈ ਚਰਿੰਦਾ ਉੱਥੋਂ ਗੁਜ਼ਰ ਨਹੀਂ ਸਕਦਾ, ਬੰਦੇ ਕਿਵੇਂ। ਹੁਣ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ, ਇਹ ਸਟੇਟਮੈਂਟ ਪੂਰੀ ਉਹਨਾਂ ਦਾ DGP ਕਹਿ ਰਿਹਾ ਕਿ ਆ ਜਿਹੜੇ ਹਥਿਆਰ ਆਏ ਨੇ ਇਹ ਡਰੋਨ ਦੇ ਰਾਹੀਂ ਆਏ ਨੇ। ਔਰ ਇਸ ਖਬਰ ਨੂੰ ਫਿਰ ਫੁੱਲ ਫਲੈਜਡ ਵੀ ਜਿਸ ਢੰਗ ਨਾਲ ਪ੍ਰਚਾਰਿਆ ਗਿਆ ਟ੍ਰਿਬਿਊਨ 'ਚ ਹੈ, ਡਰੋਨਸ ਫਰੋਮ ਪਾਕਿਸਤਾਨ ਡਰੌਪਡ ਆਰਮਸ ਇਨ ਪੰਜਾਬ, DGP DGP ਕਹਿ ਰਿਹਾ। ਔਰ ਲੰਬੀ ਚੌੜੀ ਖਬਰ ਹੈ ਕਿ ਜੀ ਉਹ ਜਿਹੜੀ ਹੈ DGP ਨੇ ਕਿਹਾ ਕਿ ਇਹ ਜਿਹੜੇ ਹਥਿਆਰ ਨੇ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਆਇਆ, ਜਰਮਨ ਮੋਡਿਊਲ, ਫਲਾਣਾ ਮੋਡਿਊਲ, ਇੱਧਰ ਉੱਧਰ। ਹੁਣ ਇੱਕ ਪਾਸੇ ਤਾਂ ਹਥਿਆਰ ਪੰਜਾਬ 'ਚ ਬਰਾਮਦ ਹੋਏ ਇਹਨਾਂ ਦੇ ਕਹਿਣ ਮੁਤਾਬਕ, ਫੌਰਨ ਦਿੱਲੀ ਨੂੰ ਜਿਹੜਾ ਅਮਰਿੰਦਰ ਸਿੰਘ ਕਦੇ ਜਦੋਂ ਕਿ ਇਹ ਉਹਦੇ ਵਿਕਰਮ ਮਜੀਠੀਏ ਦੇ ਉੱਤੇ ਚਾਰਜ ਸੀ ਕਿ ਜੀ ਉਹ ਡਰੱਗ ਪੰਜਾਬ ਦੇ ਵਿੱਚ ਸਪਲਾਇਰ ਹੈ ਵੱਡਾ, ਔਰ ਇਹ ਮੰਗ ਹੋ ਰਹੀ ਸੀ ਕਿ ਇਹਦੀ ਇਨਵੈਸਟੀਗੇਸ਼ਨ ਸੈਂਟਰ ਏਜੰਸੀ ਨੂੰ ਦਿੱਤੀ ਜਾਏ, ਤੇ ਜਿਹੜਾ ਅਮਰਿੰਦਰ ਸਿੰਘ ਰੌਲਾ ਪਾਉਂਦਾ ਸੀ ਕਿ ਜੀ ਨਹੀਂ ਪੰਜਾਬ ਪੁਲਿਸ ਸਾਡੀਆਂ ਏਜੰਸੀਆਂ ਪੂਰੀਆਂ ਕੇਪੇਬਲ ਨੇ। ਇਹ ਹੁਣ 7ਵਾਂ-8ਵਾਂ ਕੇਸ ਹੈ ਜਿਹੜਾ ਉਹਨੇ ਕਿਹਾ ਜੀ NIA ਕਰੇਗੀ। ਹੁਣ ਇੱਕ ਪਾਸੇ ਪੰਜਾਬ 'ਚੋਂ ਹਥਿਆਰ ਮਿਲ ਰਹੇ ਨੇ, ਬਿਲਕੁਲ ਡ੍ਰੌਪ ਉਹਨੂੰ ਜਿਹੜਾ ਪਾਕਿਸਤਾਨ ਵਾਲੇ ਆ ਕੇ ਕਰ ਰਹੇ ਨੇ, ਉਹਨਾਂ ਦੇ ਡਰੋਨ ਜਿਹੜੇ ਨੇ ਉਹ ਡ੍ਰੌਪ ਕਰ ਰਹੇ ਨੇ। ਤੇ ਨਾਲ ਅਸੀਂ ਦੇਖਦੇ ਹਾਂ ਕਿ ਵੀ ਜਿਹੜੀ ਇੰਡੀਅਨ ਆਰਮੀ ਚੀਫ ਹੈ ਰਾਵਤ, ਅਜੀਤ ਡੋਵਲ ਦਾ ਰਿਸ਼ਤੇਦਾਰ, ਔਰ ਮੋਦੀ ਔਰ ਇਹ ਦੂਜੇ ਜਿਹੜੇ ਨੇ ਇੱਕੋ ਹੀ ਜਿਹੜੀ ਹੈ ਚੰਡਾਲ ਚੌਂਕੜੀ ਹੈ, ਉਹ ਕਹਿ ਰਿਹਾ ਬਾਲਾਕੋਟ ਟੈਰਰ ਕੈਂਪ ਰੀਐਕਟੀਵੇਟਡ, ਪਾਕਿਸਤਾਨ ਬਿਡ ਟੂ ਪੁਸ਼ ਇਨ ਟੈਰਰਿਸਟ ਆਰਮੀ ਚੀਫ। ਉਹਨੇ ਕਿਹਾ ਜੀ ਜਿਹੜੇ ਬਾਲਾਕੋਟ ਦੇ ਉੱਤੇ ਅਸੀਂ ਹਮਲਾ ਕਰਕੇ ਐਨ ਫਨਾਹ ਕਰਤਾ ਸੀ, ਹਜ਼ਾਰਾਂ ਮਾਰਤੇ ਸੀ, ਉਹ ਹੁਣ ਉੱਥੇ ਰੀਐਕਟੀਵੇਟ ਕਰਦਾ, ਉੱਥੇ ਫਿਰ ਆ ਗਏ ਨੇ ਜਿਹਾਦੀ, ਔਰ 500 ਜਿਹਾਦੀ ਜਿਹੜਾ ਉੱਥੇ ਬਿਲਕੁਲ ਤਿਆਰ ਬੈਠੇ।
और उन्हें कहा कि एंड 500 इन्फिलेटर वर वेटिंग टू इन्फिल्ट्रेट इनटू इंडिया और पाकिस्तान ने इनू रीएक्टिवेट कर दिता है। सो ज़ाहिर तौर के उत्ते ये खबर भी अपने आप च तुसीं टाइमिंग देखते हो कि पाकिस्तान ने 12 कोट एक्टिवेट करता है, ड्रोन राही पंजाब च हथियार सुट्टे ने, कश्मीर दे विच जो चल ही रहा है, और ये सारा दसदा है कि भी भारत ने आने वाले दिनों च इस सारे नू जंग दे खाते नाल जोड़ के पाकिस्तान दी जिहड़ी है वो कश्मीर दे विच मुदाखलत नाल जोड़ के प्रॉक्सी वॉर नाल जोड़ के कोई ना कोई ये दिलवदी फेर कर सकते हैं। और जे इन्हां दा मूँह ना भन्निया, और मैं समझदा है भी बहुत चीज़ां असी बीते च देखदे हैं, कहंदे हैं भी इवें क्यों नहीं होया, बिल्कुल किसी ने इनिशियली क्यों नहीं रोकिया, चैंबरलेन ने क्यों हिटलर दे नाल समझौता कर लिया सी, उन्होंने क्यों नहीं सी लगा कि भी ये हिटलर दे इरादे की ने, वो तो जदों उन्हें पोलैंड और फ्रांस और दूजा अगे वध गया फिर अज तक भी उन्होंने रिडिक्यूल किया जाता है कि चैंबरलेन किवें किन्ना भोला सी ते वो उहदे च फस गया आके। सो असी समझते हैं भी ये जो अमरीका जां वड्डियां ताकतां कर रही ने ये आंसरेबल होणगियां, कलियां आंसरेबल नहीं, मैनूं तो जो नज़र आंदा है कि भी ये तबाही 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 और क्यामत क्यामत क्यामत, इस तो बिना कुछ होर नहीं वापरेगा। जिस रस्ते दे उत्ते ये हिंदू तवी फैनेटिक नाजी हिटलर दा पोता मोदी और वो बदमाश चाणक्य दा बीज अमित शाह और ये रावत जिहड़े सारे ही कॉवर्ड जिन्होंने जे तुसीं 65 और 71 दे कन्फ्लिक्ट देखो तो इन्हां दा रोल देख लो कि इन्हां दा उत्थे की सी, और ये अगे ला के फिर सिखां नूं पंजाब दी बर्बादी उदों ही मरवाउंदे ने। शायद इस वार ये कहानी इवें नहीं होएगी, ये इन्हों भी इस गल की समझ होनी चाहिए है। और पाकिस्तान के लिए भी ये मोमेंट वो भी ढीक रहे हैं पाकिस्तान के लोग कि इमरान खान वापस आके दसे कि भी की करके आया है, नहीं तो उत्थे किहड़े फिर घट ने उन्होंने विच भी वो सोच जिहड़ी अल्टीमेटली जे हिंदूत्वा अखंड भारत इन्हां दा और वर्सस जिहाद ये लाइन हो जाती है, फिर ये तबाही तो बिना होर कुछ। बिल्कुल डॉक्टर साहब, प्रोग्राम की समा सीमा नूं आपां देखदे पे हैं बट मैं मैसेज नहीं लै पावांगी, सो मैं चाहांगी कि तुसीं जो अज दा विचार है मैसेज तुसीं पढ़ दिओ, कोई ठीक है जी, नो प्रॉब्लम। सैमी खान सानू पहले सेगमेंट ते लिखदे हैं, थैंक यू फॉर एनलाइटनिंग अस। सो हाँ जी, सो अहमद आरिफ लिखते हैं स्टेस हेल्दी एंड ब्लैसड, एंड नवीद सानू अपनी प्यार भेजते हैं। सुखजीत सिंह फतेह बुलाते हैं। अहमद आरिफ सानू लिखते हैं, डॉक्टर साहब वाज वेटिंग फॉर योर एनालिसिस, हैव ग्रेट रिस्पैक्ट फॉर यू। सो रिंकू वरिंदर सिंह जी सानू फतेह बुलाते हैं, कहते सत श्री अकाल डॉक्टर साहब एंड नीलम कौर जी, एंड हरून तराज जी कहते हैं ग्रेट एनालिसिस डॉक्टर साहब, एंड मुस्तफा सॉरी एक मिनट हाँ जी, मुस्तफा रिज सान लिखते हैं एप्रीशिएट द सिख ब्रदर्स एंड सिस्टर्स स्टूड बाय पाकिस्तान एंड कश्मीरीज, एंड दर्शन सिंह जी फतेह बुलाते हैं। और सानू रशिद सुलैरी लिखते हैं कि वाह तुसी बड़ा वधिया जिहड़ा पहले वाले सैगमेंट में कहा कि जिहड़ा मदारी वाला जिहड़ा खेड है तुसी दस्सिया बहुत ही वधिया लग्या उन्होंने। कुलदीप सिंह जी फतेह बुलाते हैं और कहते हैं सानू अगों मुस्तफा रिज लिखते हैं ट्रंप इज प्लेइंग गेम ऑन both sides. Pakistan has to fight independently. Khan Sahib will try to inform the world about Kashmir for the last time. जोरावर सिंह जी सानू लिखते हैं डॉक्टर साहब जी वाहिगुरू जी का खालसा वाहिगुरू जी की फतेह। ये जो पग बन के मोदी दे नाल खलोते है आले दोने फोटोआं ਜਿਹੜੇ खिचवा रहे ने ये की अंब लैन गए सी ड्रामे वाले कोलों। सो साहिब सॉरी गैरत बेज़मीरे विके हुए और इन्हां लई की तुसीं लफ्ज़ बिल्कुल। साकिब तरार जी कहंदे ने कि फ्री कश्मीर फ्री खालिस्तान। सुखजीत सिंह कहंदे ने कि मोदी मदारी दा अंग्रेजी च भाषण तो बाद अंग्रेजी भाषा खतरे च। सो मोहम्मद अमीन परदेसी लिखते हैं डॉक्टर साहब जिंदाबाद, एंड मोहम्मद उल हक लिखते हैं ग्रेट डॉक्टर साहब कश्मीर जिंदाबाद एंड खालिस्तान जिंदाबाद, एंड सैमी खान लिखते हैं दैट वाज शेमलैस एग्जिबिशन, एंड अगे साढ़े कोल मैसेज बलजिंदर सिंह लिखते हैं कि खालिस्तान जिंदाबाद, एंड बाजवा सिंह बलजीत लिखते हैं सत श्री अकाल जी TV 84 इज नॉट वर्किंग ऑन IP TV बॉक्स आई डोंट नो।
ਦੀਪ ਸਿੰਘ ਆਜ਼ਾਦ ਪੰਜਾਬ ਆਜ਼ਾਦ ਕਸ਼ਮੀਰ ਲਿਖਦੇ ਨੇ ਐਂਡ ਸੈਮੀ ਖਾਨ ਹੋਰਾਂ ਜੀ ਦੇ ਬਹੁਤ ਸਾਰੇ ਮੈਸੇਜ ਨੇ ਸਾਡੇ ਕੋਲ, ਕਹਿੰਦੇ ਨੇ ਕਿ ਮੋਦੀ ਇਜ਼ ਦਾ ਓਨਲੀ ਪਰਸਨ ਹੂ ਵਾਜ਼ ਫਟਰਿੰਗ ਫਰੋਮ ਮਾਊਥ। ਸੋ ਸੈਮੀ ਖਾਨ ਜੀ ਦਾ ਅਗਲਾ ਮੈਸੇਜ ਹੈ ਸਾਡੇ ਕੋਲ, ਕਹਿੰਦੇ ਨੇ ਕਿ ਡਾਕਟਰ ਸਾਹਿਬ ਈਵਨ ਮੋਦੀ ਵਾਜ਼ ਸਰਪ੍ਰਾਈਜ਼ਡ ਹਾਊ 50,000 ਪੀਪਲ ਸਪੋਰਟਡ ਐਗਰੈਸਿਵ statement of Modi. Probably Trump has realized that Modi used Trump to send a wrong message to the world, especially Pakistan. I hope now America would realize soon that how Hindutva mentality is dangerous not only for humanity peace but for America as well. ਮੈਂ ਹੁਣ ਤੁਹਾਨੂੰ ਇੰਟਰਰਪਟ ਕਰਦਾ ਕਿਉਂਕਿ ਮਿੰਟ 5-6 ਨੇ ਬਿਲਕੁਲ, ਤੇ ਅਸੀਂ ਜਿਹੜਾ ਸੈਗਮੈਂਟ ਮੰਡੇ ਸਾਡਾ ਹੁੰਦਾ ਹੈ, ਜਿਹੜੇ ਵੱਡੇ ਸਿੱਖ ਸਕਾਲਰ ਭਾਈ ਗੁਰਦਾਸ ਜੀ ਉਹਨਾਂ ਦੇ ਬ੍ਰਿਜ ਭਾਸ਼ਾ ਜਿਹੜੀ ਗੰਗਾ ਜਮਨਾ ਦੇ ਵਿਚਕਾਰ ਸੀ ਲੇਕਿਨ ਲਿਟਰਰੀ ਲੈਂਗੁਏਜ ਸੀ ਜੀ, ਉਹਦੇ 'ਚ ਉਹਨਾਂ ਦੇ ਨਗੇਟਸ ਆਫ ਸਪਿਰਿਚੁਅਲ ਵਿਜ਼ਡਮ ਬਿਲਕੁਲ ਜਿਹੜੀ ਰੂਹਾਨੀ ਸਿਆਣਪ ਹੈ, ਦਾਨਿਸ਼ਵਰੀ ਹੈ, ਉਸ ਦੀਆਂ ਸੋਨ ਡਲੀਆਂ ਅਸੀਂ ਇਸ ਟਾਈਟਲ ਥੱਲੇ ਡਿਸਕਸ ਕਰਦੇ ਜੀ। ਔਰ 675 ਭਾਈ ਗੁਰਦਾਸ ਜੀ ਦੇ ਸਵਈਏ ਨੇ, ਅੱਜ ਅਸੀਂ 271ਵਾਂ ਸਵਈਆ ਵਿਚਾਰ ਕਰ ਰਹੇ। ਚਰਨ ਕਮਲ ਮਕਰੰਦ ਰਸ ਲੋਭਿਤ ਹੋਏ, ਮਨ ਮਧੁਕਰ ਸੁਖ ਸੰਪਟ ਸਮਾਨੇ ਹੈ, ਪਰਮ ਸੁਗੰਧ ਅਤ ਕੋਮਲ ਸੀਤਲਤਾ ਕੈ, ਬਿਮਲ ਸਥਲ ਨਿਹਚਲ ਨਾ ਡੁਲਾਨੇ ਹੈ, सहज समाद अत अगम अगाध लिव, अनहद रुण चुन धुन ओ गाने है, पूरन परम जोत परम निधान दान, आन ज्ञान ध्यान सिमरन बिसराने है। जी, इसका तत्त सारे है, जिस्ट है कि जेड़े रब दे नाल जुड़ जाते हैं, जेड़े इश्क हकीकी दे रस्ते ते तुरदे ने और सोहना रब वाहिगुरू उन्होंने अपने गल नाल ला लैंदा है और उन्होंने दिल दे अंदर रब दी मुहब्बत रब दा प्यार वो जलवागर हुंदा है ते फिर उन्हां दी शख्सियत दे विच की तब्दीली हुंदी है। चरण कमल मकरंद रस लुभित होए कि जिस तरह हनी बी जिहड़ी है वो उस शहद दे नाल चंबड़ जाती है, जिस चों शहद निकल रहा हुंदा है और ये जड़ा उहदे ही रस दे विचों लोभित हुंदी है, उस दे विचों इमर्स हुंदी है। मन मधुकर सुख संपट समान, इवें ही उस रब दे बंदे दे लई रब दे नां दा सहारा उस शहद वांग हुंदा है, जिहदे विच कि वो हमेशा प्यार दे नाल रब दी मुहब्बत दे विच जड़ा वो सरशार हुंदा है। फिर परम सुगंध अत कोमल शीतलता के और उसकी शख्सियत चों इस किस्म की एक फ्रैगरेंस आती है, एक खुशबू होंदी है, उस दे विच कि इस किस्म की मिठास होंदी है और उस दे बिहेवियर दे विच एक ठंड होंदी है, अत कोमल एक डेलीकेसी और शीतलता ठंड होंदी है। बिमल सथल नहचल ना डुलाने है कि उसकी जिहड़ी सुरत है, उसका अंदर है, वो दुनिया नालों बेखबर 10वें दवार जिसनों असी स्टेट ऑफ इक्विपॉइज कहते हैं, ट्रैंक्विलिटी कहते हैं, उस दे विच उसका मन जुड़िया हुंदा है और वो हर चीज़ तो बेपरवाह हुंदा है। बिमल सथल निहचल ना डुलाने है, सहज समाद अत अगम अगाध लिव, अनहद रुन चुन धुन ओ गाने है कि उहदी जिहड़ी स्टेट ऑफ माइंड है वो हमेशा सहज दे विच होएगी, वो खुशी दे विच पागल नहीं हुंदा है, गम दे विच जिहड़ा है वो उदास हो के डिप्रैसड नहीं हुंदा है और उस दी उस वाहिगुरू दे नाल जिहड़े वाहिगुरू दा कोई पारावार नहीं है, उन्होंने कोई मिल नहीं सकिया, उसनों कोई तोड़ नहीं सकिया, उहदे कोई गुण नहीं बयान कर सकिया, उहदे च उहदी लिव उहदा अंदर उहदे नाल जुड़िया हुंदा है। अनहद रुन चुन धुन ओ गाने है, उस दे अंदर हमेशा ही रब दे प्यार दा मिठा झरना वो आबशार उस दे प्यार दा वो उहदे अंदरों हमेशा फुटदा हुंदा है, वो एक प्यार दे विच हुंदा है जिहनूं बाबा फरीद ने फरमाया सी, फरीदा शक्कर खंड निवात गुड़ माखियों माझा दुध सभे वस्तु मिठियां रब ना पूजन तुद, कि शक्कर भी बड़ी मिठी है, खंड भी, निवात मिश्री नूं कहंदे ने, गुड़ भी, माझा दुध जो सीधियां धारां लाओ उहदे च अपनी मिठास हुंदी है,
ਪਰ ਉਹ ਕਹਿੰਦੇ ਨੇ ਸਾਰੀਆਂ ਚੀਜ਼ਾਂ ਹੀ ਮਿੱਠੀਆਂ ਨੇ ਪਰ ਰੱਬ ਨਾ ਪੁੱਜਣ ਤੁਧ, ਪਰ ਜੋ ਰੱਬ ਦੇ ਨਾਂ ਦੇ ਵਿੱਚ ਮਿਠਾਸ ਹੈ ਉਹ ਇਹਨਾਂ ਸਾਰੀਆਂ ਚੋਂ ਕਿਸੇ 'ਚ ਨਹੀਂ। ਇਹ ਤਾਂ ਅਖੀਰ 'ਚ ਭਾਈ ਸਾਹਿਬ ਫਰਮਾਉਂਦੇ ਨੇ ਪੂਰਨ ਪਰਮ ਜੋਤ ਪਰਮ ਨਿਧਾਨ ਦਾਨ ਆਨ ਗਿਆਨ ਧਿਆਨ ਸਿਮਰਨ ਬਿਸਰਾਨੇ ਹੈ ਕਿ ਜਿਨ੍ਹਾਂ ਦੀ ਰੂਹ, ਜਿਨ੍ਹਾਂ ਦਾ ਅੰਤःਕਰਣ, ਜਿਨ੍ਹਾਂ ਦਾ ਇਨਰ ਸੈਲਫ ਉਸ ਵਾਹਿਗੁਰੂ ਦੇ ਨਾਲ ਪੂਰਨ ਜੋਤ ਜਿਹੜਾ ਵੱਡੇ ਨੂਰ ਦਾ ਖਜ਼ਾਨਾ ਹੈ ਉਸ ਨਾਲ ਜੁੜ ਜਾਂਦਾ ਹੈ ਤੇ ਪਰਮ ਨਿਧਾਨ ਦਾ, ਨਿਧਾਨ ਕਹਿੰਦੇ ਨੇ ਖਜ਼ਾਨੇ ਨੂੰ, ਦੁਨੀਆ ਦੇ ਸਾਰੇ ਟ੍ਰੇਜਰ, ਸਾਰੇ ਖਜ਼ਾਨੇ ਉਹਦੀ ਝੋਲੀ 'ਚ ਹੁੰਦੇ ਨੇ। ਆਨ ਗਿਆਨ ਧਿਆਨ ਸਿਮਰਨ ਬਿਸਰਾਨੇ, ਉਸ ਦੇ ਸਿਮਰਨ ਦੇ ਵਿੱਚ, ਰੱਬ ਦੀ ਇਬਾਦਤ ਦੇ ਵਿੱਚ, ਰੱਬ ਦੀ ਯਾਦ ਦੇ ਵਿੱਚ ਉਹ ਜੁੜ ਜਾਂਦਾ ਹੈ। ਆਨ ਗਿਆਨ ਧਿਆਨ, ਬਾਕੀ ਜਿਹੜੀਆਂ ਗੱਲਾਂ ਨੇ ਗਿਆਨ ਧਿਆਨ ਦੇ ਨਾਂ ਥੱਲੇ ਵੀ ਜਿਹੜੀ ਫੋਕੀ ਬਹਿਸ ਹੈ, ਫੋਕੀ ਗੱਲ ਹੈ, ਉਹ ਵੀ ਜਿਹੜੀ ਹੈ ਉਹਨਾਂ ਨੂੰ ਜਿਹੜੀ ਹੈ ਉਹ ਚੰਗੀ ਨਹੀਂ ਲੱਗਦੀ। ਔਰ ਇਸੇ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਸੀ ਕਹਾਂ ਬਹਿਓ ਜੋ ਦਉ ਲੋਚਨ ਮੂੰਦ ਕੈ ਬੈਠ ਰਹੋ ਬਕ ਧਿਆਨ ਲਗਾਇਓ ਨਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ परलोक गवायो बास कियो बिख्यान सो बैठ के ऐसे ही ऐसे सो बैस बितायो साच कहो सुन लेहो सब है जिन प्रेम कियो तिन ही प्रभ पायो कि रब उन्होंने मिले जिन्हों ने मुहब्बत की है। नहीं तो तुसी समाधि ला के अखां बंद करके बगले दियां ही अखां बंद होंदियां फड़दा मच्छियां ही है। तुसी बैठ के लैक्चरबाजी करी जाओ सवेर तो शाम तक, उस चों की निकलदा जाके तुसी सारियां थावां दे उत्ते लड़दे रहो, जाके नहांदे रहो, कहो जी असीं लड़ रहे। जिवें बाबा बुल्ले शाह ने कहा है कि भी लड़दा रहना शैतान दे नाल, कदे नफस अपने नाल लड़िया ही नहीं कि ਜਿਹੜਾ ਤੇਰੇ ਅੰਦਰ ਬੈਠੀ ਹੋਮ ਹੈ ਉਹਦੇ ਨਾਲ ਤਾਂ ਤੂੰ ਲੜਿਆ ਨਹੀਂ, ਉਹ ਸ਼ੈਤਾਨ ਨੂੰ ਵੱਟੇ ਮਾਰਦਾ। ਇਹ ਨਹੀਂ ਹੈ। ਔਰ ਅਸੀਂ ਸਮਝਦੇ ਹਾਂ ਕਿ ਇਹੀ ਅਲਟੀਮੇਟਲੀ ਰੱਬ ਦਾ ਰਸਤਾ ਹੈ ਜਿੱਥੇ ਕਿ ਮੁਹੱਬਤ, ਪਿਆਰ, ਔਰ ਪਿਆਰ ਹੀ ਇਬਾਦਤ ਵੀ ਪਿਆਰ ਦਾ ਨਾਂ ਹੀ ਹੈ। ਇਹ ਦੋਨਾਂ ਤੋਂ ਅੱਡ ਨਹੀਂ ਨੇ। ਤੇ ਜੇ ਪਿਆਰ ਨਹੀਂ ਹੈ ਤਾਂ ਉਸ ਤੋਂ ਬਿਨਾਂ ਇਬਾਦਤ ਜਾਂ ਬੰਦਗੀ ਜਾਂ ਸਿਮਰਨ ਉਹ ਫਿਰ ਇੱਕ ਰਿਚੁਅਲ ਹੈ ਜੇ ਅੰਦਰ ਰੱਬ ਦੀ ਮੁਹੱਬਤ ਨਹੀਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦਿਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।